ਟੂਡੇ ਨਿਊਜ਼ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। ਖਰੀਆਂ ਖਰੀਆਂ ਗੱਲਾਂ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਕ੍ਰਾਂਤੀਕਾਰੀ ਵਪਾਰ ਮੰਡਲ ਦੇ ਜਿਹੜੇ ਪ੍ਰਧਾਨ ਨੀਰਜ ਜਿੰਦਲ ਜੀ। ਇਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ। ਗੱਲਬਾਤ ਦਾ ਮੁੱਦਾ ਹੈ ਅੱਜ ਜਿਹੜਾ ਸਭ ਤੋਂ ਭਖਵਾਂ ਮੁੱਦਾ ਸੀ ਉਹ ਬਾਜ਼ਾਰ ਖੁੱਲ੍ਹਣ ਤੋਂ ਬਾਅਦ ਕ੍ਰੈਡਿਟ ਵਾਰ ਜਿਹੜੀ ਲਾਹਾ ਲੈਣ ਦੀ ਰਾਜਨੀਤੀ ਦੀ ਹੋੜ ਸ਼ੁਰੂ ਹੋ ਗਈ, ਜਿਹਦੇ ਕਰਕੇ ਸਾਰੀ ਦਿਹਾੜੀ ਅੱਜ ਲੋਕਾਂ ਦੇ ਵਿੱਚ ਭੰਬਲ ਭੂਸਾ ਵੀ ਬਣਿਆ ਰਿਹਾ ਤੇ ਜਿਹੜੇ ਦੁਕਾਨਦਾਰ ਸੀ ਉਹਨਾਂ ਨੂੰ ਕੋਈ ਪ੍ਰਸ਼ਾਸਨ ਵੱਲੋਂ ਕਿਹਾ ਜਾਂਦਾ ਸੀ ਵੀ ਬਾਜ਼ਾਰ ਬੰਦ ਰੱਖੇ ਜਾਣ, ਪਰ ਇੱਕ ਰਾਜਨੀਤਿਕ ਪਾਰਟੀ ਦਾ ਜਿਹੜਾ ਆਗੂ ਹੈ ਉਹ ਲਗਾਤਾਰ ਕਹਿ ਰਿਹਾ ਸੀ ਬਾਜ਼ਾਰ ਖੋਲ੍ਹੇ ਜਾਣ। ਸਾਰੀ ਦਿਹਾੜੀ ਲੋਕਾਂ ਦੀ ਇਸੇ ਗੱਲ ਦੇ ਵਿੱਚ ਨਿਕਲੀ ਤੇ ਅੱਜ ਇਸ ਮੁੱਦੇ ਤੇ ਜਿਹੜਾ ਕ੍ਰੈਡਿਟ ਲੈਣ ਦੀ ਰਾਜਸੀ ਲਾਹਾ ਲੈਣ ਦੀ ਹੋੜ ਚੱਲੀ ਹੈ ਉਹਦੇ ਤੇ ਅਸੀਂ ਗੱਲਬਾਤ ਕਰਾਂਗੇ ਕਿ ਇਹ ਸਾਰਾ ਮੁੱਦਾ ਹੈ ਜਿਹੜਾ ਉਹ ਹੈ ਕੀ ਸੀ। ਨੀਰਜ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡੇ ਭਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਸਾਡੇ ਵਪਾਰੀ ਦੇ ਮੰਗਾਂ ਨੂੰ ਸਰਕਾਰ ਤੱਕ ਪਹੁੰਚਾਇਆ। ਪਿਛਲੇ ਲਗਾਤਾਰ ਬਿਜ਼ਨਸ ਸੰਘਰਸ਼ ਕਰ ਰਹੇ ਸੀ, ਜਿਸ ਦੇ ਸਰਕਾਰ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ। ਨੀਰਜ ਜੀ, ਜਿਹੜਾ ਵਪਾਰ ਮੰਡਲ ਵੱਲੋਂ ਵਿਰੋਧ ਕੀਤਾ ਗਿਆ ਸੀ ਲੋਕਡਾਊਨ ਦੇ ਦੌਰਾਨ, ਮਤਲਬ ਪਿਛਲੇ 3 ਦਿਨਾਂ ਤੋਂ ਇਹ ਚੱਲਦਾ ਰਿਹਾ ਜਦੋਂ ਤੋਂ ਸਰਕਾਰ ਨੇ ਬਾਜ਼ਾਰਾਂ ਦੇ ਵਿੱਚ ਵੀ ਬਾਜ਼ਾਰ ਬੰਦ ਕਰਨ ਦਾ ਫੈਸਲਾ ਕਰਤਾ ਸੀ। ਉਸ ਤੋਂ ਬਾਅਦ ਲਗਾਤਾਰ ਵਪਾਰੀ ਸੜਕਾਂ 'ਤੇ ਆ ਗਏ ਤੇ ਉਸ ਤੋਂ ਬਾਅਦ ਲਗਾਤਾਰ 3 ਦਿਨ ਸੰਘਰਸ਼ ਹੁੰਦਾ ਰਿਹਾ ਤੇ ਅੱਜ ਪਹਿਲਾ ਦਿਨ ਸੀ ਜਦੋਂ ਜਿਹੜੇ ਬਾਜ਼ਾਰ ਹੈ ਉਹ ਖੁੱਲ੍ਹਣ ਦੀ ਗੱਲ ਆਈ। ਅੱਧੇ ਪੂਰੇ ਬਾਜ਼ਾਰ ਖੁੱਲ੍ਹਦੇ ਵੀ ਰਹੇ। ਵੀ ਇਹ ਸਾਰੇ ਮੁੱਦੇ ਤੇ ਤੁਸੀਂ ਕੀ ਸਮਝਦੇ ਹੋ ਵੀ ਇਹ ਸਰਕਾਰ ਨੇ ਜਿਹੜਾ ਫੈਸਲਾ ਲਿਆ, ਪ੍ਰਸ਼ਾਸਨ ਨੇ ਫੈਸਲਾ ਲਿਆ, ਵੀ ਇਹਦੇ ਪਿੱਛੇ ਕੀ ਹੈ, ਵੀ ਕਿਸ ਤਰ੍ਹਾਂ ਦਾ ਫੈਸਲਾ ਲਿਆ ਗਿਆ? ਇਹ ਕੀ ਹੈ ਜੀ, 3 ਦਿਨਾਂ ਤੋਂ ਜੋ ਬਰਨਾਲੇ ਦੇ ਵਿੱਚ ਸੰਘਰਸ਼ ਸ਼ੁਰੂ ਹੋਇਆ ਸਮਾਂ ਪਹਿਲਾਂ, ਉਸ ਤੋਂ ਬਾਅਦ ਪੱਤਰਕਾਰ ਭਰਾਵਾਂ ਦੇ ਸਹਿਯੋਗ ਨਾਲ ਇਹ ਪੂਰੇ ਪੰਜਾਬ 'ਚ ਹਾਈਲਾਈਟ ਹੋਇਆ। ਕਿਸੇ ਪੰਜਾਬ ਪੇਜ ਤੇ ਖਬਰ ਲੱਗੀ, ਟੂਡੇ ਨਿਊਜ਼ ਦੇ ਜਰੀਏ ਲੋਕਾਂ ਤੱਕ ਪਹੁੰਚੀ ਖਬਰਾਂ, ਤਾਂ ਪੂਰੇ ਪੰਜਾਬ 'ਚ ਇਹਨੇ ਵਾਤਾਵਰਣ ਬਣਾ ਲਿਆ ਆਪਦਾ ਔਰ ਲੋਕਾਂ ਨੇ ਸੰਘਰਸ਼ ਕਰਨੇ ਸ਼ੁਰੂ ਕੀਤੇ। ਤਾਂ ਉਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੂੰ ਝੁਕਣਾ ਪਿਆ, ਜਿਸ ਦੇ ਤਹਿਤ ਸੀਐਮ ਸਾਹਿਬ ਨੇ ਡੀਸੀ ਸਾਹਿਬਾਂ ਨੂੰ ਮਿਲ ਕੇ ਜ਼ਿਲ੍ਹੇ ਦੇ ਡੀਸੀਆਂ ਨੂੰ ਆਰਡਰ ਕੀਤੇ ਵੀ ਆਪਦੀ ਮਰਜ਼ੀ ਨਾਲ ਜੋ ਤੁਹਾਨੂੰ ਲੱਗਦਾ ਵੀ ਦੁਕਾਨਾਂ ਖੁੱਲ੍ਹਣੀਆਂ ਚਾਹੀਦੀਆਂ, ਦਿਨ ਤੈਅ ਕਰਕੇ ਸਮੇਂ ਤੈਅ ਕਰਕੇ ਉਹਨੂੰ ਖੁਲਾਈਆਂ ਜਾਣ। ਇਹ ਵਪਾਰੀਆਂ ਦੀ ਜਿੱਤ ਹੋਈ ਹੈ ਜੀ। ਇਹ ਵਪਾਰੀ ਸ਼ਕਤੀ ਮੂਹਰੇ ਸਰਕਾਰ ਝੁਕੀ। ਨਹੀਂ, ਤੁਸੀਂ ਕਹਿੰਦੇ ਹੋ ਵਪਾਰੀਆਂ ਦੀ ਜਿੱਤ ਹੋਈ ਹੈ। ਅੱਜ ਨਗਰ ਕੌਂਸਲ ਦੇ ਜਿਹੜੇ ਮੀਤ ਪ੍ਰਧਾਨ ਨੇ ਨਰਿੰਦਰ ਗਗਨੀਟਾ, ਉਹ ਉਹਨਾਂ ਦੀ ਇੱਕ ਆਡੀਓ ਵਾਇਰਲ ਹੋਈ ਸੀ। ਉਹ ਆਡੀਓ ਦੇ ਵਿੱਚ ਕਹਿ ਰਹੇ ਵੀ ਇਹ ਢਿੱਲੋਂ ਸਾਹਿਬ ਦਾ ਹੁਕਮ ਹੈ, ਕੇਵਲ ਸਿੰਘ ਢਿੱਲੋਂ ਦਾ ਹੁਕਮ ਹੈ ਵੀ ਮੈਂ ਜ਼ਿੰਮੇਵਾਰ ਹਾਂ ਇਸ ਗੱਲ ਲਈ, ਬਾਜ਼ਾਰ ਖੋਲ੍ਹ ਲਓ। ਮੈਂ ਨਿੱਕਾ ਜੀ ਕੋਈ ਬੇਨਤੀ ਕਰੂੰਗਾ। ਪਹਿਲੀ ਗੱਲ ਤਾਂ ਜਦੋਂ 3 ਦਿਨ ਦਾ ਸੰਘਰਸ਼ ਚੱਲ ਰਿਹਾ ਸੀ, ਸਾਰੇ ਰਾਜਸੀ ਪਾਰਟੀਆਂ, ਸਾਰੇ ਸਮਾਜ ਦੀਆਂ ਪਾਰਟੀਆਂ, ਸਾਡੇ ਸ਼ਹਿਰ ਦੇ ਲੋਕ ਸਾਰੇ ਵਪਾਰੀ ਧੁੱਪੇ ਮਾਰ ਰਹੇ ਸੀ। ਉਦੋਂ ਇਹ ਪਾਰਟੀ ਦੇ ਨੁਮਾਇੰਦੇ ਆ, ਇਹ ਪਾਰਟੀ ਦੇ ਸਿਪਾਹੀ ਕਿੱਥੇ ਗਏ ਸੀ? ਇਹਨਾਂ ਨੇ ਉਦੋਂ ਆ ਕੇ ਵਪਾਰੀ ਦੇ ਹੱਕ 'ਚ ਹਾਰ ਨਾਰਾ ਵੀ ਨਹੀਂ ਮਾਰਿਆ। ਜਦੋਂ ਵਪਾਰੀ ਸ਼ਕਤੀ ਪ੍ਰਦਰਸ਼ਨ ਵਪਾਰੀ ਨੇ ਕੀਤਾ, ਸਰਕਾਰ ਝੁਕੀ ਤੇ ਵਪਾਰੀ ਸ਼ਕਤੀ ਨੂੰ ਦਬਾਉਣ ਲਈ, ਆਪਦੇ ਆਪ ਨੂੰ ਉੱਚਾ ਕਰਨ ਲਈ ਆ ਗਏ। ਔਰ ਕੇਵਲ ਡੀ ਦੀ ਤੁਸੀਂ ਗੱਲ ਕਰੋ, ਕੇਵਲ ਡੀ ਲੋਕਾਂ ਨੂੰ ਹੁਕਮ ਜਾਰੀ ਕਰਦਾ, ਨਾ ਤਾਂ ਕੋਈ ਐਮਐਲਏ ਹੈ ਨਾ ਕੋਈ ਸਰਕਾਰ ਦਾ ਹਿੱਸਾ, ਉਹ ਕਿਸੇ ਚੀਜ਼ 'ਚ ਨਹੀਂ ਆਉਂਦਾ ਹੈਗਾ। ਕੇਵਲ ਡੀ ਲੋਕ ਠੀਕ ਹੈ, ਐਮਐਲਏ ਰਹੇ ਸਾਡੇ ਰਿਸਪੈਕਟਡ ਹੈਗੇ ਹੈ, ਬਟ ਹੁਣ ਅੱਜ ਦੀ ਘੜੀ ਨਾ ਉਹ ਐਮਐਲਏ, ਸਾਡੇ ਬਰਨਾਲਾ ਸ਼ਹਿਰ ਦੇ ਐਮਐਲਏ ਮੀਠੇਰ ਹੈ। ਜੋ ਲੋਕਾਂ ਨੇ ਫਤਵਾ ਜਾਰੀ ਕਰਤਾ, ਜਿਹਦੇ ਹੱਕ 'ਚ ਕਰਤਾ, ਉਹੀ ਐਮਐਲਏ ਰਹੇਗਾ। ਇਹ ਤਾਂ ਕ੍ਰੈਡਿਟ ਲੈਣ ਦੀ ਗੱਲ ਹੈਗੀ ਹੈ। ਕ੍ਰੈਡਿਟ ਬਿਨਾਂ ਗੱਲ ਤੋਂ ਲੈ ਰਹੇ। ਮੈਂ ਇੱਕ ਗੱਲ ਪੁੱਛਣਾ ਚਾਹੁੰਦਾ, ਅੱਜ ਬਾਜ਼ਾਰ ਇਹਨਾਂ ਨੇ ਖੁਲਵਾਏ, ਜੇ ਕੇਵਲ ਸਿੰਘ ਢਿੱਲੋਂ ਦਾ ਸਿੱਕਾ ਚੱਲਦਾ ਸੀ ਤਾਂ ਹੋ ਸਕਦਾ ਇਹਨਾਂ ਨੇ ਪਹਿਲਾਂ ਬੰਦ ਕਰਵਾਏ ਹੋਣ। ਤੁਹਾਨੂੰ ਲੱਗਦਾ ਵੀ ਇਹਨਾਂ ਨੇ ਰਾਜਨੀਤਿਕ ਲਾਹਾ ਲੈਣ ਲਈ ਪਹਿਲਾਂ ਬਾਜ਼ਾਰ ਬੰਦ ਕਰਵਾਤੇ? ਬਿਲਕੁਲ। ਫਿਰ ਅੱਜ ਜੇ ਇਹ ਕਹਿੰਦੇ ਡੀਸੀ ਸਾਹਿਬ ਦੇ ਹੁਕਮ ਨਾਲ ਮੰਨੋ, ਕੇਵਲ ਸਿੰਘ ਢਿੱਲੋਂ ਸਾਹਿਬ ਦੇ ਹੁਕਮ ਮੰਨੋ, ਪ੍ਰਸ਼ਾਸਨ ਨੂੰ ਡਰਨ ਦੀ ਲੋੜ ਨਹੀਂ। ਆਡੀਓ ਮੈਂ ਵੀ ਸੁਣੀ ਹੈਗੀ ਹੈ। ਮੈਂ ਐਸਡੀਐਮ ਸਾਹਿਬ ਨਾਲ ਗੱਲ ਵੀ ਕੀਤੀ ਸੀ ਵੀ ਸਰ ਅਸੀਂ ਆਰਡਰ ਤੁਹਾਡੇ ਫੋਲੋ ਕਰੀਏ ਜਾਂ ਕੇਵਲ ਸਿੰਘ ਢਿੱਲੋਂ ਦੇ ਕਰੀਏ। ਜੋ ਆਡੀਓ ਸਾਡੇ ਕੋਲ ਆਈ ਹੈ, ਅਸੀਂ ਕਿਹਦੇ ਆਰਡਰ ਫੋਲੋ ਕਰੀਏ? ਅਸੀਂ ਵਪਾਰੀ ਹੁੰਦੇ ਆ, ਦੁਕਾਨਾਂ ਸਾਡੀਆਂ ਖੁੱਲੀਆਂ, ਅਸੀਂ ਆਪਦੇ ਪੋਲੀਟੀਕਲ ਨੁਮਾਇੰਦੇ ਤੇ ਵੀ ਵਿਸ਼ਵਾਸ ਕਰੀਏ ਜਾਂ ਤੁਹਾਡੇ ਤੇ ਵਿਸ਼ਵਾਸ ਕਰੀਏ? ਉਹਨਾਂ ਨੇ ਸਾਫ਼ ਦੋ ਟੁੱਕ ਦੀ ਗੱਲ ਕਹੀ ਸੀ, ਜੋ ਡੀ ਸਾਹਿਬ ਆਰਡਰ ਕਰਨਗੇ ਉਹੀ ਫੋਲੋ ਹੋਣਗੇ, ਔਰ ਦੂਸਰਾ ਆਰਡਰ ਕੋਈ ਫੋਲੋ ਨਹੀਂ ਹੋਏਗਾ। ਜਿਹਨੇ ਕੇਵਲ ਸਿੰਘ ਢਿੱਲੋਂ ਦਾ ਜਿਹੜਾ ਨਾਮ ਲਿਆ ਜਾ ਰਿਹਾ ਵੀ ਉਹ ਇੱਕ ਰਾਜਸੀ ਲਾਹਾ ਥੋੜੀ ਹਿਸਾਬ ਦੇ ਵਿੱਚ ਲੈਣ ਦੀ ਕੋਸ਼ਿਸ਼ ਹੈ। ਮੈਂ ਤਾਂ ਹੋਰ ਵੀ ਦੋ ਗੱਲਾਂ ਕਹੂੰਗਾ। ਇੱਕ ਤਾਂ ਵਿਕਾਸ ਪੁਰਸ਼ ਕਿਹਾ ਜਾਂਦਾ ਉਹਨਾਂ ਨੂੰ, ਮੇਰੇ ਹਿਸਾਬ ਨਾਲ ਵਿਨਾਸ਼ ਪੁਰਸ਼ ਹੈ। ਬਰਨਾਲੇ ਦਾ ਕਿਹੜਾ ਵਿਕਾਸ ਕੀਤਾ ਉਹਨਾਂ ਨੇ? ਕਿਹੜੇ ਵਪਾਰੀ ਦੇ ਹੱਕ 'ਚ ਆ ਕੇ ਖੜੇ ਹੋ ਗਏ? ਕਿਹੜੇ ਵਪਾਰੀ ਦੇ ਹੱਕ 'ਚ ਹਾਰਾ ਨਾਰਾ ਮਾਰਿਆ? ਕੀ ਕੀਤਾ ਇਹਨਾਂ ਨੇ ਦੱਸੋ? ਐਮਐਲਏ ਮੈਂ ਫੇਸਬੁੱਕ ਤੇ ਕਿਸੇ ਨੇ ਪਾਇਆ ਸੀ ਤੇ ਵੀ ਕभी ਪਹਿਲਾਂ ਸੀਐਮ ਸਾਹਿਬ ਨੇ ਪੂਰੇ ਪੰਜਾਬ 'ਚ ਲਾਗੂ ਕੀਤਾ, ਕਹਿੰਦੇ ਬਰਨਾਲੇ ਵਾਸਤੇ ਲਾਗੂ ਨਹੀਂ ਕੀਤਾ ਹੈ। ਇਹ ਆਰਡਰ ਪੂਰੇ ਪੰਜਾਬ ਦੇ ਵਾਸਤੇ ਹੈ, ਕਹਿੰਦੇ ਬਰਨਾਲੇ ਵਾਸਤੇ ਨਹੀਂ। ਔਰ ਉਹਨਾਂ ਨੀਚੇ ਉਹਨਾਂ ਦੇ ਜੋ ਆਪਾਂ ਕਹਿ ਦਈਏ ਨੁਮਾਇੰਦੇ ਸੀ, ਉਹਨਾਂ ਨੇ ਲਿਖਿਆ ਇਹਨਾਂ ਜ਼ਿਲ੍ਹਾ ਬਣਾਇਆ। ਕੇਵਲ ਸਿੰਘ ਢਿੱਲੋਂ ਨੂੰ ਬਰਨਾਲਾ ਦੇ ਵਿੱਚ ਕੌਣ ਜਾਣਦਾ ਸੀ? ਜਦੋਂ ਉਹਨਾਂ ਨੇ ਰਾਜਸੀ ਕਰਨਾ ਸ਼ੁਰੂ ਕੀਤਾ, ਉਹ ਜ਼ਿਲ੍ਹਾ ਬਣਾਉਣ ਕਰਕੇ ਹੀ ਜਾਣਿਆ ਗਿਆ। ਔਰ ਜਾਣਨ ਤੋਂ ਬਾਅਦ ਲੋਕਾਂ ਨੇ ਉਹਨਾਂ ਦਾ ਮੁੱਲ ਵੀ ਮੋੜਿਆ। ਹਾਂ, ਦੋ ਵਾਰ ਦੋ ਵਾਰ ਐਮਐਲਏ ਬਣਾਤਾ। ਜੇ ਕੁਝ ਨਹੀਂ ਕਰ ਪਾਏ ਤਾਂ ਉਹਦਾ ਨਤੀਜਾ ਸੀ ਤੇ ਜੀਵਨ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਔਰ ਸੈਕੰਡ ਗੱਲ, ਜੇ ਵਿਕਾਸ ਪੁਰਸ਼ ਨਾਲ ਲੋਕ ਸਭਾ ਦੀ ਚੋਣ ਵੀ ਹਾਰੇ। ਹਾਂ, ਲੋਕ ਸਭਾ ਦੀ ਚੋਣ ਵੀ ਹਾਰੇ।
ਉਹ ਵਿਕਾਸ ਪੁਰਸ਼ ਦੀ ਗੱਲ ਕਰੀਏ, ਵਿਕਾਸ ਮੈਂ ਉਹਨੂੰ ਮੰਨਦਾ ਉਹਦੇ ਮੈਡੀਕਲ ਕਾਲਜ ਹੁੰਦੇ, ਉਹਦੇ ਆਪਣੇ ਕੋਈ ਪੀਜੀ ਲੈਵਲ ਦਾ ਹਸਪੀਟਲ ਹੁੰਦਾ, ਕੋਈ ਅੱਛਾ ਅਦਾਰਾ ਉਹਨੇ ਬਣਾਇਆ ਹੁੰਦਾ, ਕੋਈ ਟੈਕਸਟਾਈਲ ਹੱਬ ਹੁੰਦੀ। ਕੀ ਦਿੱਤਾ ਇਹਨਾਂ ਨੇ? ਸਰਕਾਰ ਨੂੰ 5 ਸਾਲ ਪੂਰੇ ਹੋਣ ਜਾ ਰਹੇ ਇਹਨਾਂ ਦੇ, ਕੀ ਕੀਤਾ ਇਹਨਾਂ ਨੇ ਦੱਸੋ? ਇੱਕੋ ਹੀ ਕੰਮ ਕੋਈ ਗਿਣਾਓ। ਕੋਈ ਕਹਿੰਦਾ ਹਾਈਵੇ ਬਣਾਤੇ, ਇਹਨਾਂ ਨੂੰ ਪੁੱਛਣ ਵਾਲਾ ਹੋਵੇ ਹਾਈਵੇ ਕਿਉਂ ਸੀ ਢਿੱਲੋਂ ਨਹੀਂ ਬਣਾਊਗਾ? ਹਾਈਵੇ ਪੰਜਾਬ ਸਰਕਾਰ ਨਹੀਂ ਬਣਾਉਂਦੀ, ਹਾਈਵੇ ਨੈਸ਼ਨਲ ਗਵਰਨਮੈਂਟ ਬਣਾਉਂਦੀ ਹੈਗੀ। ਲੋਕ ਜਾਗਰੂਕ ਹੋ ਚੁੱਕੇ ਆ, ਹੁਣ ਲੋਕ ਉਹ ਚੀਜ਼ਾਂ ਨਹੀਂ ਹੈ, ਲੋਕ ਪੜ੍ਹੇ ਲਿਖੇ ਆ, ਜਾਗਰੂਕ ਹੈ, ਉਹ ਆਪਦੇ ਸਮਝਦੇ ਆ ਵੀ ਕਿਹੜਾ ਕੰਮ ਕੌਣ ਕਰਦਾ ਹੈ। ਹੁਣ ਨੀਟਾ ਜੀ ਦੀ ਗੱਲ ਕਰੀਏ, ਨੀਟਾ ਜੀ ਹੈ ਗਏ ਤਾਂ ਸਾਡੇ 'ਚ ਵੀ, ਅਸੀਂ ਮੈਂ ਵੀ ਬੀਜੇਪੀ ਤੋਂ, ਸਾਡੇ 'ਚ ਵੀ ਗਏ ਹੈਗੇ ਆ, ਪਰ ਨੀਟਾ ਜੀ ਦੀ ਗੱਲ ਕਰੀਏ ਨਾ ਤਾਂ ਇਹ ਐਮਸੀ ਦਾ ਮੁੱਦਾ ਹੈ। ਮੈਂ ਤਾਂ ਇਹਨਾਂ ਨੂੰ ਕਿਹਾ ਸੀ ਜੇ ਕੋਈ ਐਮਸੀ ਦੇ ਆਂਦੇ, ਮੇਰੇ ਮਦਰ ਵੀ ਐਮਸੀ ਹੈ, ਆਪਾਂ 31 ਬੰਦੇ ਹਾਊਸ ਦੇ ਵਿੱਚ ਮਤਾ ਪਾਸ ਕਰ ਦੋ ਵੀ ਬਾਜ਼ਾਰ ਖਲਾਇਆ ਜਾਵੇ, ਡੀ ਸਾਹਿਬ ਨੂੰ ਆਪਾਂ ਭੇਜੋ, ਡਾਇਰੈਕਟਰ ਸਾਹਿਬ ਨੂੰ ਭੇਜੋ, ਆਪਾਂ 31 ਦੇ 31 ਐਮਸੀ ਹੈਗੇ ਮਿਲੋ, ਸ਼ਹਿਰ ਦਾ ਮੁੱਦਾ ਹੈ। ਸ਼ਹਿਰ ਦੇ ਹੱਕ ਦੇ ਵਿੱਚ ਖੜਨ ਲਈ ਬਿਲਕੁਲ ਜੀ ਬਿਲਕੁਲ, ਇਹਨਾਂ ਦਾ ਕੋਈ ਇਸ ਤਰ੍ਹਾਂ ਦਾ ਧਿਆਨ ਹੀ ਨਹੀਂ ਹੈ। ਇਹਦਾ ਕ੍ਰੈਡਿਟ ਲੈਣ ਆਏ ਸੀ, ਜੋ ਲੋਕਾਂ ਨੂੰ ਪਤਾ ਵੀ ਕਿਹਨਾਂ ਨੇ ਕੰਮ ਕਰਵਾਇਆ ਹੈਗਾ। 3 ਦਿਨ ਸੰਘਰਸ਼ ਦੇ ਵਿੱਚ ਨਾਨਾ ਜੀ ਹੋ ਗਏ, ਅਨਿਲ ਬਾਂਸਲ ਨਾਨਾ ਡਿਪਾਰਟਮੈਂਟ ਦੇ ਪ੍ਰਧਾਨ, ਮੈਂ ਹੋ ਗਿਆ, ਵਿਜੇ ਜੀ ਹੋ ਗਏ ਇੰਡਸਟਰੀ ਚੈਂਬਰ ਦੇ, ਬਾਕੀ ਵੱਖ-ਵੱਖ ਸਮਾਜ ਸੇਵੀ ਪਾਰਟੀਆਂ, ਪੋਲੀਟੀਕਲ ਪਾਰਟੀਆਂ ਸਾਰੀਆਂ ਸਿੱਖਲੇ ਕਾਂਗਰਸ ਨੂੰ ਛੱਡ ਕੇ, ਇੱਕ ਵੀ ਇਹਨਾਂ ਦਾ ਸਿੰਗਲ ਨੁਮਾਇੰਦਾ ਉੱਥੇ ਨਹੀਂ ਸੀ। ਤਾਂ ਇਹ ਕਦੀ ਕ੍ਰੈਡਿਟ ਲੈਣ ਆਏ ਸੀ, ਇਸ ਤੋਂ ਬਿਨਾਂ ਇਹਨਾਂ ਦਾ ਕੋਈ ਕਹਾ ਨਹੀਂ ਸੀ। 6 ਮਹੀਨੇ ਰਹਿ ਗਏ ਇਲੈਕਸ਼ਨ ਨੂੰ, ਇਹਨਾਂ ਨੂੰ ਉਦੋਂ ਪਤਾ ਲੱਗ ਜਾਣਾ ਵੀ ਅਸੀਂ ਕੀ ਕੀਤਾ ਸਮਾਜ ਵਾਸਤੇ, ਕੀ ਕੀਤਾ ਸੀ ਬਰਨਾਲੇ ਵਾਸਤੇ, ਲੋਕਾਂ ਨੇ ਇਹਨਾਂ ਨੂੰ ਜਵਾਬ ਦੇ ਦੇਣੇ। ਨੀਰਜ ਜੀ, ਗੱਲ ਚੱਲੀ ਸੀ ਜਿਹੜਾ ਇਹ ਲੋਕਡਾਊਨ ਲਾਇਆ ਸੀ, ਬਾਜ਼ਾਰ ਬੰਦ ਕਰਨ ਦਾ ਫੈਸਲਾ ਸੀ, ਇਹ ਕਰੋਨਾ ਮਹਾਮਾਰੀ ਤੋਂ ਬਚਾਅ ਲਈ ਸਰਕਾਰ ਕਹਿੰਦੀ ਸੀ ਵੀ ਸਾਨੂੰ ਇਹ ਲਾਗੂ ਕਰਨਾ ਪਿਆ, ਵੀ ਮਜਬੂਰੀ ਵਾਸਤੇ ਕਹਿੰਦੇ ਕਦਮ ਉਠਾਉਣਾ ਕਿਹਾ ਵੀ ਕਰੋਨਾ ਮਹਾਮਾਰੀ ਹੈ ਜਿਹੜੀ ਉਹਦੇ ਪੈਰ ਲਗਾਤਾਰ ਉਹ ਪਸਾਰਦੀ ਜਾ ਰਹੀ ਹੈ, ਇਸ ਕਰਕੇ ਕੀਤਾ ਸੀ। ਵੀ ਹੁਣ ਫਿਰ ਕਰੋਨਾ ਦਾ ਤੁਸੀਂ ਕੀ ਸਮਝੋ? ਹੁਣ ਜੇ ਮੰਨ ਲਓ ਵਪਾਰੀਆਂ ਦੇ ਦਬਾ ਕੇ ਤਾਂ ਸਰਕਾਰ ਝੁੱਗੀ, ਵੀ ਫਿਰ ਹੁਣ ਕਰੋਨਾ ਦੀ ਸਥਿਤੀ ਕੀ ਹੈ ਜਿਹਦੇ ਕਰਕੇ ਹੁਣ ਇਹਨਾਂ ਨੇ ਖੋਲਣ ਦਾ ਇਹ? ਮੈਂ ਤਾਂ ਆਡੀਓ ਤੋਂ ਇੱਕ ਆਈਡੀਆ ਲਾਇਆ ਵੀ ਇਹਨਾਂ ਨੇ ਬੰਦ ਕਰਾਤਾ, ਇਹਨਾਂ ਨੇ ਖਿਲਾਤਾ, ਜੋ ਇਹ ਕਹਿੰਦੇ ਵੀ ਉਹਨਾਂ ਦੇ ਹੁਕਮ ਹੈ ਸਰਦਾਰ ਕੇਵਲ ਸਿੰਘ ਢਿੱਲੋਂ ਦੇ। ਤਾਂ ਕਰੋਨਾ ਉਦੋਂ ਵੀ ਸੀ, ਕਰੋਨਾ ਅੱਜ ਵੀ ਹੈ, ਮੈਂ ਮੰਨਦਾ ਕਰੋਨਾ ਹੈ, ਪਰ ਖਿਲਾਣਾ ਜੇ ਇਹਨਾਂ ਨੇ ਖਿਲਾਇਆ ਤਾਂ ਇਹਨਾਂ ਨੇ ਕੀ ਕੀਤਾ ਫਿਰ? ਵੀ ਸਮਾਜ ਨੂੰ ਇਹਨਾਂ ਨੇ ਮੌਤ ਵੱਲ ਧਕੇਲਿਆ ਖਿਲਾ ਕੇ, ਦੂਜੇ ਪਾਸੇ ਆਏ ਨੇ ਹੁਣ ਜੇ ਕ੍ਰੈਡਿਟ। ਹਾਂ, ਜਦੋਂ ਇਹ ਕਹੀ ਗਏ ਸੀ, ਜਦੋਂ ਇਹਨਾਂ ਨੂੰ ਅਸੀਂ ਪੁੱਛਦੇ ਸੀ ਤਾਂ ਇਹ ਸਾਫ਼ ਕਹਿੰਦੇ ਸੀ ਵੀ ਜਿਹੜਾ ਵਪਾਰੀਆਂ ਦੇ ਨਾਲ ਅਸੀਂ ਇਸ ਕਰਕੇ ਨਹੀਂ ਜਾ ਰਹੇ ਵੀ ਇਹ ਵਪਾਰੀਆਂ ਨੂੰ ਮੌਤ ਦੇ ਮੂੰਹ 'ਚ ਧੱਕਣ ਵਾਲੀ ਗੱਲ ਹੈ। ਅੱਜ ਇਹ ਆਪ ਅਸੈਪਟ ਕਰਦੇ ਵੀ ਧੱਕੇ। ਡੀਸੀ ਸਾਹਿਬ ਨੇ ਅੱਛਾ ਸਿਸਟਮ ਬਣਾਇਆ ਇੱਕ, ਅਸੀਂ ਕੱਲ ਮੀਟਿੰਗ ਵੀ ਸੀ, ਮੈਂ ਵੀ ਉਹ ਮੀਟਿੰਗ ਜੁਆਇਨ ਕੀਤੀ ਸੀ, ਤਾਂ ਉਸ ਦੇ ਵਿੱਚ ਸਾਫ਼-ਸਾਫ਼ ਸੀ ਵੀ ਹਰ ਇੱਕ ਦੁਕਾਨਦਾਰ ਨੂੰ ਕੋਈ ਨਾ ਕੋਈ ਟਾਈਮ ਦਿੱਤਾ ਜਾਵੇਗਾ। ਉਹ ਸਟੈਗ ਪਹਿਲਾਂ ਵੀ ਥੋੜੀ ਯਾਦ ਹੋਇਆ, ਪਿਛਲੇ ਸਾਲ ਵੀ ਸਟੈਗ ਇਹਨਾਂ ਨੇ ਐਂਟਰੀ ਕੀਤੀ ਸੀ, ਸਟੈਗ ਦੇ ਹਿਸਾਬ ਨਾਲ ਹੀ ਕੀਤਾ ਸੀ, ਸਟੈਗ ਸਿਸਟਮ ਦੇ ਹਿਸਾਬ ਨਾਲ ਬਾਜ਼ਾਰ ਖੁੱਲ੍ਹੇ ਗਏ ਸੀ ਤਾਂ ਕਿ ਵੀ ਲੋਕਾਂ 'ਚ ਵੀ ਸਮਾਨ ਵੀ ਲੋਕਾਂ ਨੂੰ ਮਿਲਦਾ ਰਹੇ ਔਰ ਲੋਕ ਵੀ ਖੁਸ਼ ਰਹਿਣ ਔਰ ਇਕੱਠ ਵੀ ਨਾ ਹੋਵੇ, ਕਿਉਂਕਿ ਇਕੱਠ ਦਾ ਕਾਰਨ ਹੀ ਕਰੋਨਾ ਜ਼ਿਆਦਾ ਫੈਲਦਾ ਹੈ, ਜੋ ਆਪਾਂ ਨੂੰ ਸੁਣਨ ਤੇ ਸਮਝਣ ਨੂੰ ਮਿਲਿਆ ਅਜੇ ਤੱਕ। ਫਿਰ ਸੋਸ਼ਲ ਡਿਸਟੈਂਸ ਦੀ ਕਮੀ, ਹੋਰ ਚੀਜ਼ਾਂ, ਜਦੋਂ ਬਾਜ਼ਾਰ ਦੇ ਅਲੱਗ-ਅਲੱਗ ਦਾਇਰੇ ਅਲੱਗ-ਅਲੱਗ ਦਿਨਾਂ ਦੇ ਖੁੱਲ੍ਹਣਗੇ ਤਾਂ ਆਪਣੇ ਕਰੋਨਾ ਨੂੰ ਮਹਾਮਾਰੀ ਖੁੱਲ੍ਹਣਗੇ। ਵੀਰ ਜੀ, ਇਸ ਤੋਂ ਬਿਨਾਂ ਕੀ ਹੈ, ਆਪਣੇ ਜ਼ਿਲ੍ਹੇ ਦੀ ਨਗਰ ਕੌਂਸਲ ਤਪਾ ਵੀ ਹੈ, ਤਪਾ ਦੇ ਵਿੱਚ ਸੈਨੀਟਾਈਜ਼ਰ ਦੇ ਤੌਰ ਤੇ ਜਿਹੜੀ ਸੈਨੀਟਾਈਜ਼ ਕੀਤਾ ਗਿਆ ਪੂਰੇ ਸ਼ਹਿਰ ਨੂੰ, ਤੇ ਤੁਹਾਡੇ ਜਿਹੜੇ ਮਾਤਾ ਜੀ ਨੇ ਉਹ ਵੀ ਨਗਰ ਕੌਂਸਲ ਨੇ, ਇੱਥੋਂ ਦੇ ਮੈਂਬਰ ਨੇ, ਆਜ਼ਾਦ ਤੌਰ ਤੇ ਤੁਹਾਨੂੰ ਜਿੱਤਣ ਦਾ ਮੌਕਾ ਮਿਲਿਆ, ਵੀ ਉਹਨਾਂ ਨੇ ਨਹੀਂ ਇਸ ਤਰ੍ਹਾਂ ਦੀ ਕੋਈ ਡਿਮਾਂਡ ਰੱਖੀ ਵੀ ਉਹ ਇੱਥੇ ਸ਼ਹਿਰ ਨੂੰ ਸੈਨੀਟਾਈਜ਼ ਕਰਦੇ? ਡਿਮਾਂਡ ਤਾਂ ਇਹ ਹੈ ਜੀ, ਪਿਛਲੇ ਕੁਝ ਦਿਨ 'ਚ ਏਜੰਡਾ ਕਮੇਟੀ ਦੀ ਮੀਟਿੰਗ ਸੀ, ਏਜੰਡਾ ਰੱਖਿਆ ਗਿਆ ਸੀ, ਉਹਦੇ ਵਿੱਚ ਏਜੰਡੇ ਵਿੱਚ ਕਿਸੇ ਐਮਸੀ ਤੋਂ ਪਹਿਲਾਂ ਇਹ ਪੁੱਛਣਾ ਹੁੰਦਾ ਤੁਹਾਡੇ ਵਾਰਡ ਦੀ ਡਿਵੈਲਪਮੈਂਟ ਵਾਸਤੇ, ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਕੀ ਕੀਤਾ ਜਾ ਸਕਦਾ। ਉਹ ਏਜੰਡਾ ਰਲ ਮਿਲ ਕੇ ਤੈਅ ਹੁੰਦਾ ਹੁੰਦਾ, ਉਹਨਾਂ ਏਜੰਡਾ ਭੇਜਦਾ, ਏਜੰਡਾ ਪੜ੍ਹ ਕੇ ਅਸੀਂ ਹੈਰਾਨ ਸੀ ਲੋਕ। ਇੱਕ ਪਾਸੇ ਦਾ ਪੂਰਾ ਦੇਸ਼ ਹੀ ਕਰੋਨਾ ਦੀ ਮਹਾਮਾਰੀ ਦੀ ਮਾਰ ਝੱਲ ਰਿਹਾ, ਦੂਜੇ ਪਾਸੇ ਆਪਾਂ ਕਰੋਨਾ ਵਾਸਤੇ ਆਪਾਂ ਕੀ ਕਰ ਸਕਦੇ, ਉਹਦੀ ਰੋਕਥਾਮ ਵਾਸਤੇ ਕੀ ਕਰ ਸਕਦਾ। ਵਧੀਆ ਤੁਸੀਂ ਗੱਲ ਦੱਸੀ ਹੈ, ਤਬਕੇ ਦੇ ਵਿੱਚ ਕੁਆਰੰਟਾਈਨ ਕੀਤਾ, ਸਪਰੇਅ ਕੀਤੀ ਗਈ ਹੈ, ਪਰ ਸਾਡੇ ਮਾਨਯੋਗ ਪ੍ਰਧਾਨ ਜੀ ਜਿਹੜੇ ਬਣੇ ਹੈ ਉਹਨਾਂ ਨੇ ਪਹਿਲੀ ਹੀ ਮੀਟਿੰਗ ਦੇ ਵਿੱਚ ਆਪਦੇ ਲਈ ਇਨੋਵਾ ਗੱਡੀ ਦੀ ਮੰਗ ਰੱਖੀ, ਜਿਹਦਾ ਅਸੀਂ ਪੂਰਜੋਰ ਵਿਰੋਧ ਕੀਤਾ, ਉਹ ਮੰਗ ਕੈਂਸਲ ਕੀਤੀ। ਇਹਨਾਂ ਨੂੰ ਆਪ ਸੀ ਉਹੀ ਗੱਡੀ ਹੁੰਦੀ ਕਿੰਨੇ ਕੁ ਹੈ ਇਨੋਵਾ ਗੱਡੀ? ਮੈਂ ਉਹੀ ਦੱਸਣਾ ਚਾਹ ਰਿਹਾ ਜੀ, ਇਹ ਨਾ ਐਕਚੁਅਲੀ ਕੀ ਹੈ, ਇਹ ਅਕਾਲੀ ਦਲ ਹੋ ਗਿਆ, ਆਮ ਆਦਮੀ ਪਾਰਟੀ ਹੋ ਗਈ, ਬੀਜੇਪੀ ਹੋ ਗਈ, ਸਮਾਜ ਪਾਰਟੀ ਹੋ ਗਈ, ਇਹ ਸਾਰੇ ਪਾਰਟੀ ਗਰਾਊਂਡ ਲੈਵਲ 'ਤੇ ਚੱਲੀਆਂ ਹੁੰਦੀਆਂ। ਇਹ ਰਜਵਾੜਾ ਪਾਰਟੀ ਹੈ ਜੀ, ਇਹਨਾਂ ਨੂੰ ਆਪਦੇ ਐਸ਼ੋਰਾਮ ਚਾਹੀਦੀ ਹੈ, ਔਰ ਇਹ ਗੱਡੀ ਦੀ ਕੀਮਤ 25 ਲੱਖ ਰੁਪਏ ਟੋਟਲ। 25 ਲੱਖ ਰੁਪਇਆ ਜਿਹੜੀ ਮੰਦਹਾਲੀ ਦੇ ਦੌਰ ਦੇ ਵਿੱਚ ਬਿਲਕੁਲ ਇਹ 25 ਲੱਖ ਰੁਪਇਆ ਇਨੋਵਾ ਗੱਡੀ ਤੇ ਖਰਚ ਕਰਨਾ ਚਾਹੁੰਦੇ ਸੀ, ਤੇ ਹੁਣ ਤੁਸੀਂ ਵੀ ਇਹ ਜੀ ਡਿਮਾਂਡ ਕਰੋਗੇ ਵੀ ਹੁਣ ਉਹ ਸ਼ਹਿਰ ਨੂੰ ਸੈਨੀਟਾਈਜ਼ ਕਰਨ, ਮੰਨ ਲਓ ਬਾਜ਼ਾਰ ਖੁੱਲ੍ਹ ਗਏ, ਰੋਟੇਸ਼ਨਲ ਚਾਹੇ ਉਹਦੇ ਲਈ ਖੋਲ੍ਹਣ ਦਾ ਫੈਸਲਾ ਕੀਤਾ ਪ੍ਰਸ਼ਾਸਨ ਵੱਲੋਂ, ਤੁਸੀਂ ਕੋਈ ਹੁਣ ਵੀ ਇਹ ਜੀ ਕੋਸ਼ਿਸ਼ ਕਰੋਗੇ ਵੀ ਕਾਉਂਸਲਰ ਹੋਣ ਦੇ ਨਾਤੇ ਤੁਹਾਡੇ ਮਾਤਾ ਜੀ ਇਹ ਕੋਸ਼ਿਸ਼ ਕਰਨਗੇ ਵੀ ਸ਼ਹਿਰ ਹੈ ਜਿਹੜਾ ਉਹਨੂੰ ਸੈਨੀਟਾਈਜ਼ ਕੀਤਾ ਜਾਵੇ? ਬਿਲਕੁਲ ਕਰਾਂਗੇ ਜੀ, ਔਰ ਇਹਦੇ ਵਾਸਤੇ ਸਾਨੂੰ ਕਿਤੇ ਵੀ ਜਾਣਾ ਪਿਆ, ਡੀ ਸਾਹਿਬ ਕੋਲ ਵੀ ਮੰਗ ਰੱਖਣੀ ਪਈ, ਜਾਂ ਪ੍ਰਧਾਨ ਜੀ ਨੂੰ ਕਹਿਣਾ ਪਿਆ, ਜਿਹੜੇ ਨਗਰ ਕੌਂਸਲ ਦੇ ਪ੍ਰਧਾਨ ਜੀ ਉਹਨੂੰ ਕਹਿਣਾ ਪਿਆ, ਅਸੀਂ ਕਰਾਵਾਂਗੇ, ਸ਼ਾਇਦ 100% ਕਰਾਵਾਂਗੇ, ਕਰਾਵਾਂਗੇ ਜੀ ਸਭ ਕੁਛ। ਤੇ ਇੱਕ ਗੱਲ ਮੈਂ ਨੀਰਜ ਜੀ ਇਸ ਤੋਂ ਬਿਨਾਂ ਹੋਰ ਜਿਹੜੀ ਜਾਣਨੀ ਚਾਹੁੰਦਾ ਸੀ
ਆਮ ਲੋਕਾਂ ਦੇ ਮਨਾਂ ਦੇ ਵਿੱਚ ਬੜੇ ਖਿਆਲ ਆਉਂਦੇ ਨੇ ਤਰ੍ਹਾਂ ਤਰ੍ਹਾਂ ਦੇ ਵੀ ਜਿਹੜਾ ਇੱਥੇ ਮਾਹੌਲ ਹੈ ਜਿਵੇਂ ਕਰੋਨਾ ਨੂੰ ਲੈ ਕੇ ਵੀ ਉਹ ਜਿਹੜੇ ਪ੍ਰਬੰਧ ਕੀਤੇ ਜਾ ਰਹੇ ਨੇ ਸਰਕਾਰ ਵੱਲੋਂ, ਕਿਉਂ ਦੇਖੋ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਪ੍ਰਬੰਧ ਕਰਨਾ, ਪਰ ਉਹ ਪ੍ਰਬੰਧਾਂ ਤੋਂ ਵੀ ਜਿਹੜੇ ਲੋਕ ਨੇ ਉਹ ਨਾ ਖੁਸ਼ ਨੇ ਵੀ ਇਹ ਪ੍ਰਬੰਧਾਂ ਤੋਂ ਤੁਹਾਨੂੰ ਕਿਵੇਂ ਲੱਗਦਾ ਸਾਰੇ ਪ੍ਰਬੰਧ ਵੀ ਠੀਕ ਚੱਲ ਰਹੇ ਨੇ? ਮੈਂ ਉਸ ਦਿਨ ਵੀ ਕਿਹਾ ਸੀ ਜਿਸ ਦਿਨ ਧਰਨਾ ਲਾਇਆ ਸੀ ਵਪਾਰੀਆਂ ਵਾਸਤੇ ਵੀ ਬਾਜ਼ਾਰ ਖੁੱਲ੍ਹਣੇ ਚਾਹੀਦੇ ਆ। ਕਰੋਨਾ ਮਹਾਮਾਰੀ ਦਾ ਨਾਮ ਲੈ ਕੇ ਇਹਨਾਂ ਨੇ ਵਪਾਰ ਨੂੰ ਠੱਗਿਆ, ਬਾਜ਼ਾਰ ਬੰਦ ਕਰਾਏ, ਸਾਡੇ ਚੁੱਲ੍ਹੇ ਬੁਝਾਏ ਇਹਨਾਂ ਨੇ। ਚਲੋ ਫਿਰ ਵੀ ਗੱਲ ਹੈ, ਦੁਕਾਨਦਾਰ ਤਾਂ ਫਿਰ ਵੀ ਸਰਵਾਈਵ ਕਰ ਜਾਂਦਾ। ਜਿਹੜਾ ਵਿਚਾਰਾ ਪਲੰਬਰ ਹੈ, ਕੋਈ ਮੋਚੀ ਦਾ ਕੰਮ ਕਰਦਾ, ਕੋਈ ਜੁੱਤੇ ਪਾਲਿਸ਼ ਕਰਦਾ, ਕੋਈ ਰਾਜ ਮਿਸਤਰੀ ਹੈ, ਉਹ ਵਿਚਾਰੇ ਦੇ ਘਰ ਚੁੱਲ੍ਹਾ ਕਿਵੇਂ ਚੱਲੇਗਾ? ਇਹ ਲੋਕਾਂ ਦੇ ਜਿਹੜੇ ਪ੍ਰਬੰਧ ਸੀ, ਕਰੋਨਾ ਬਾਜ਼ਾਰ ਬੰਦ ਕਰਨ ਨਾਲ ਨਹੀਂ ਖਤਮ ਹੋਣਾ, ਕਰੋਨਾ ਵੈਕਸੀਨ ਨਾਲ ਖਤਮ ਹੋਏਗਾ, ਕਰੋਨਾ ਆਕਸੀਜਨ ਨਾਲ ਖਤਮ ਹੋਏਗਾ। ਆਕਸੀਜਨ ਸਿਲੰਡਰਾਂ ਦੀ ਘਾਟ ਹੈ, ਪੂਰੇ ਇੰਡੀਆ 'ਚ ਘਾਟ ਹੈ, ਪੰਜਾਬ 'ਚ ਘਾਟ ਹੈ। ਔਰ ਬਰਨਾਲੇ ਦੇ ਵਿੱਚ ਮੈਂ ਪਰਸੋਂ ਗੱਲ ਕੀਤੀ ਸੀ, ਪਰਸੋਂ ਇੱਕ ਦਿਨ ਪਹਿਲਾਂ ਗੱਲ ਕੀਤੀ ਸੀ, ਤਾਂ ਉਦੋਂ ਵੈਕਸੀਨ ਖਤਮ ਸੀ। ਵੈਕਸੀਨ ਇਹਨਾਂ ਕੋਲ ਪ੍ਰੋਪਰ ਪ੍ਰੋਵਾਈਡ ਨਹੀਂ ਕਰਾਈ ਜਾਂਦੀ ਅਤੇ ਇਹ ਗੱਲਾਂ ਕਰਦੇ ਬਾਜ਼ਾਰ ਬੰਦ ਸੀ, ਇਹ ਗੱਲਾਂ ਕਰਦੇ ਵੀ ਕਰੋਨਾ ਦੀ ਰੋਕਥਾਮ ਕਰਾਂਗੇ। ਵੈਕਸੀਨ ਹੋਏਗੀ ਤਾਂ ਕਰੋਨਾ ਦੀ ਰੋਕਥਾਮ ਹੋਏਗੀ। ਔਰ ਦੂਜੀ ਗੱਲ, ਵੈਂਟੀਲੇਟਰ, ਲੋਕ ਵੈਂਟੀਲੇਟਰ ਤਰਸ ਰਹੇ, ਆਪਣੇ ਬਰਨਾਲੇ ਦੇ ਵਿੱਚ ਵੈਂਟੀਲੇਟਰ ਹੈਗੀ ਹੈ, ਪਰ ਉਹਨਾਂ ਨੂੰ ਚਲਾਉਣ ਲਈ ਡਾਕਟਰ ਨਹੀਂ ਭੇਜੇ ਇਹਨਾਂ ਦੇ ਕੈਪਟਨ ਸਾਹਿਬ ਕੇਵਲ ਸਿੰਘ ਢਿੱਲੋਂ ਜੀ ਵਿਕਾਸਪੁਰ ਸਿਖਾਉਂਦੇ ਆਪਦੇ ਆਪ ਨੂੰ, ਤਾਂ ਉਹਨਾਂ ਨੂੰ ਚਾਹੀਦਾ ਉਹ ਡਾਕਟਰਾਂ ਦਾ ਪ੍ਰਬੰਧ ਕਰਨ ਕਿ ਤਾਂ ਕਿ ਉਹਦੇ ਬਰਨਾਲੇ ਲੋਕਾਂ ਨੂੰ ਸਹੂਲਤ ਮਿਲ ਸਕੇ, ਬਰਨਾਲੇ ਜ਼ਿਲ੍ਹਾ ਨੂੰ ਸਹੂਲਤ ਮਿਲ ਸਕੇ। ਇਹ ਸਾਰਾ ਨਿੱਜੀ ਹੈ, ਕੋਈ ਇਹ ਤਾਂ ਹੈ ਨਹੀਂ ਕਿਸੇ ਦਾ ਨਿੱਜੀ ਕੰਮ ਹੈਗਾ, ਇਹ ਸਾਰਾ ਸਮਾਜ ਦਾ ਕੰਮ ਹੈ। ਇਹ ਕਿਸੇ ਵੀ ਪਾਰਟੀ ਦੇ ਬੰਦੇ ਨੂੰ ਇਹ ਪੁੱਛ ਕੇ ਨਹੀਂ ਹੋਊਗਾ ਵੀ ਕਾਂਗਰਸ ਦਾ ਬੰਦਾ ਨੂੰ ਕਰੋਨਾ ਹੋਊਗਾ ਕਿ ਨਹੀਂ ਹੋਊ, ਇਹ ਬੀਜੇਪੀ ਦਾ ਬੰਦਾ ਨੂੰ ਕਰੋਨਾ ਹੋਊ ਕਿ ਨਹੀਂ ਹੋਊ, ਇਹ ਅਕਾਲੀ ਦਲ ਦਾ ਬੰਦਾ ਨੂੰ ਕਰੋਨਾ ਹੋਊਗਾ ਕਿ ਨਹੀਂ ਹੋਊ। ਇਹ ਤਾਂ ਬਿਮਾਰੀ ਹੈ, ਕਿਸੇ ਨੂੰ ਵੀ ਹੋ ਸਕਦੀ ਹੈ। ਇਹਦੇ ਲਈ ਇਹਨਾਂ ਨੂੰ ਡਾਕਟਰ ਦਾ ਪ੍ਰਬੰਧ ਕਰਨਾ ਚਾਹੀਦਾ ਔਰ ਆਪਦੇ ਹਸਪੀਟਲਾਂ ਵਿੱਚ ਬੈੱਡਾਂ ਦਾ ਪ੍ਰਬੰਧ ਵੱਧ ਤੋਂ ਵੱਧ ਕਰਨਾ ਚਾਹੀਦਾ। ਜਿਵੇਂ ਨੀਰਜ ਜੀ ਤੁਸੀਂ ਗੱਲ ਕੀਤੀ ਵੀ ਠੀਕ ਹੈ, ਇਹ ਸਾਰੀਆਂ ਕਮੀਆਂ ਨਾਲ ਜਿਹੜਾ ਜੂਝ ਰਿਹਾ ਪ੍ਰਸ਼ਾਸਨ ਹੈ, ਠੀਕ ਹੈ ਵੀ ਤਿੰਨ ਇੱਥੇ ਵੈਂਟੀਲੇਟਰ ਪਏ ਨੇ, ਚਲਾਉਣ ਵਾਲਾ ਕੋਈ ਨਹੀਂ, ਇਹ ਗੱਲਾਂ ਬਿਲਕੁਲ ਸਹੀ ਨੇ। ਤੇ ਪਰ ਨਾਲ ਹੀ ਇਹਦੇ ਹੋਰ ਵੀ ਇੱਕ ਗੱਲ ਮਤਲਬ ਉੱਠਦੀ ਹੈ, ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਹੈ ਉਹਦੇ ਕਾਰਗੁਜ਼ਾਰੀ ਨੂੰ ਤੁਸੀਂ ਕਿਵੇਂ ਦੇਖਦੇ ਹੋ? ਜੇ ਮੰਨ ਲਓ ਕਿਤੇ ਬਾਜ਼ਾਰ ਬੰਦ ਦਾ ਫੈਸਲਾ ਲੈ ਲਿਆ, ਕਦੇ ਬਾਜ਼ਾਰ ਖੋਲ੍ਹਣ ਦਾ ਫੈਸਲਾ ਲੈ ਲਿਆ, ਕਦੇ ਰੋਟੇਸ਼ਨ ਦਾ ਲੈ ਲਿਆ, ਵੀ ਇੱਥੇ ਐਸਐਸਪੀ ਸਾਹਿਬ ਦੀ, ਡੀਸੀ ਸਾਹਿਬ ਦੀ, ਇਹਨਾਂ ਦੀ ਪੋਜੀਸ਼ਨ ਕਿਹੋ ਜਿਹੀ ਹੈ ਵੀ ਇੱਕ ਪਾਸੇ ਹੁਕਮ ਢਿੱਲੋਂ ਸਾਹਿਬ ਦੇ ਚੱਲੀ ਜਾਂਦੇ? ਮੈਨੂੰ ਤਾਂ ਇਹ ਅਹਿਸਾਸ ਹੋ ਰਿਹਾ ਜੀ ਕਾਫੀ ਟਾਈਮ ਤੋਂ। ਮੈਂ ਐਮਸੀ ਦੀ ਚੋਣਾਂ ਦੌਰਾਨ ਵੀ ਦੇਖਿਆ ਸੀ, ਜਦੋਂ ਇੱਕ ਚੋਣ ਚੱਲ ਰਹੀ ਹੈ, ਕੇਵਲ ਸਿੰਘ ਢਿੱਲੋਂ ਇੱਕ ਹਾਰੇ ਹੋਏ ਐਮਐਲਏ, ਉਹ ਕੀ ਸੰਵਿਧਾਨਿਕ ਤੌਰ ਤੇ ਚੋਣ ਦੇ ਵਿੱਚ ਜਾ ਸਕਦੇ? ਉਹ ਹਲਕਾ ਇੰਚਾਰਜ ਨੇ। ਹਲਕਾ ਇੰਚਾਰਜ ਜਿਹੜੇ ਸੰਵਿਧਾਨਿਕ ਪੋਸਟ ਹੈ ਜੀ, ਹਲਕਾ ਇੰਚਾਰਜ ਨਾਂ ਦੇ ਆਪ ਨੂੰ ਕਹਿੰਦਾ ਵੀ ਮੈਂ ਐਮਐਲਏ ਲੜ ਕੇ ਇੱਕ ਵਾਰ ਹਾਰ ਜਾਊਂਗਾ ਜੀ, ਹਾਰਨ ਤੋਂ ਬਾਅਦ ਮੈਂ ਕਹੂੰਗਾ ਹਲਕਾ ਇੰਚਾਰਜ ਹੈ, ਹਲਕਾ ਇੰਚਾਰਜ ਸੰਵਿਧਾਨਿਕ ਪੋਸਟ ਦਾ ਹੈ ਨਹੀਂ। ਤੇ ਹਰ ਇੱਕ ਦਫ਼ਤਰ ਦੇ ਵਿੱਚ ਉਹਨਾਂ ਦੀ ਫੋਟੋ ਲੱਗੀ ਹੋਈ ਹੈ, ਸਾਰੇ ਦਫ਼ਤਰਾਂ 'ਚ ਜਿੱਥੇ ਇਹਨਾਂ ਦੀ ਪ੍ਰਧਾਨ ਬਣਾਇਆ, ਚੇਅਰਮੈਨ ਬਣਾਇਆ ਹੈ, ਕਿਤੇ ਉਹਨਾਂ ਦੀ ਫੋਟੋ ਲਾਈ ਹੋਈ ਹੈ। ਕਿਵੇਂ ਲੱਗ ਸਕਦੀ ਹੈ ਦੱਸੋ? ਲਾਣੀ ਲੋਕਲ ਐਮਐਲਏ ਦੀ ਲਾ ਲਓ, ਜਿਹੜਾ ਐਮਐਲਏ ਲੋਕਲ ਐਮਐਲਏ ਆਮ ਆਦਮੀ ਪਾਰਟੀ ਜਿਹਦਾ ਮਰਜ਼ੀ ਹੋਵੇ ਸੰਵਿਧਾਨ ਦੇ ਸਾਹਮਣੇ ਚੱਲੂਗਾ ਸੀ, ਸੰਵਿਧਾਨ ਤੇ ਜਿਉਂ ਰਹੀ ਹੈ। ਡੀਸੀ ਸਾਹਿਬ ਵਿਚਾਰੇ ਮਜਬੂਰ ਹੋਏ ਹੋਏ ਆ, ਮੈਂ ਤੁਹਾਨੂੰ ਦੱਸ ਕੇ ਚੁੱਕਿਆ, ਮੇਰੀ ਅੱਜ ਗੱਲ ਹੋਈ। ਜਿਹੜੀ ਤੁਹਾਨੂੰ ਲੱਗ ਰਿਹਾ ਵੀ ਡੀਸੀ ਸਾਹਿਬ ਬੇਵਸੀ ਦੀ ਹਾਲਤ 'ਚ ਹੁਣੇ ਬੇਵਸੀ, ਮੈਂ ਤਾਂ ਕਹਿੰਦਾ ਵੀ ਇਹਨਾਂ ਨੂੰ ਕੁਰਸੀ ਛੱਡ ਕੇ ਕਹਿੰਦਾ ਜਿਹੜੇ ਕੇਵਲ ਢਿੱਲੋਂ ਸਾਹਿਬ ਨੂੰ ਉਠਾ ਦੇਣਾ ਚਾਹੀਦਾ, ਕੁਰਸੀ ਦੇ ਤੁਸੀਂ ਆਰਡਰ ਪਾਸ ਕਰਦਿਆ ਕਰੋ, ਤੁਸੀਂ ਚਲਾਓ ਜ਼ਿਲ੍ਹਾ ਜੀ। ਜੇ ਕੱਲ ਕੋਈ ਮਿਸਹੈਪਨਿੰਗ ਹੁੰਦੀ ਹੈ, ਉਹਦਾ ਜ਼ਿੰਮੇਵਾਰ ਪ੍ਰਸ਼ਾਸਨ, ਗਾਇਸਟ ਤੋਂ ਐਸਐਚਓ ਦੇ, ਗਾਇਸਟ ਤੋਂ ਡੀਸੀ ਦੇ, ਗਾਇਸਟ ਤੋਂ ਐਸਐਸਪੀ ਦੇ, ਉਹਨਾਂ ਦੇ ਗਾਇਸਟ ਨੂੰ ਰਹਿ ਕੇ ਚਲਾਉਂਦੇ ਇਹ ਲੋਕ ਹੈ। ਇਹ ਰਜਵਾੜਾ ਪਰਿਵਾਰ ਹਾਵੀ ਹੋਏ ਹੋਏ ਹੈ। ਇਹਨਾਂ ਨੇ ਲੋਕਤੰਤਰ ਦੀ ਹੱਤਿਆ ਹੀ ਕੀਤੀ ਹੈ। ਕਾਂਗਰਸ ਜਦੋਂ ਆਈ ਹੈ ਲੋਕਤੰਤਰ ਦੀ ਹੱਤਿਆ ਕੀਤੀ ਹੈ ਇਹਨਾਂ ਨੇ। ਔਰ ਅੱਜ ਸਾਫ਼ ਪ੍ਰਮਾਣ ਹੈ, ਮੈਂ ਤੁਹਾਨੂੰ ਦੱਸ ਕੇ ਚੁੱਕਿਆ, ਇਲੈਕਸ਼ਨ ਦੇ ਵਿੱਚ ਐਮਸੀ ਦੇ ਇਲੈਕਸ਼ਨ ਜੋ ਪ੍ਰਧਾਨਗੀ ਦੇ ਇਲੈਕਸ਼ਨ ਚੋਣ ਹੋ ਰਹੀ ਸੀ, ਉਹਦੇ ਵਿੱਚ ਤੁਸੀਂ ਆਪ ਦੱਸੋ ਨਹੀਂ ਕਿ ਤੁਸੀਂ ਉੱਥੇ ਮੌਜੂਦ ਸੀ, ਉੱਥੇ ਹੈਗੇ ਸੀ, ਮੌਜੂਦ ਸੀ, ਕਿ ਕੇਵਲ ਸਿੰਘ ਢਿੱਲੋਂ ਅੰਦਰ ਜਾ ਸਕਦੇ? ਸੰਵਿਧਾਨਕ ਤੌਰ ਤੇ ਤਾਂ ਉਹਨਾਂ ਨੂੰ ਕੋਈ ਨਹੀਂ ਜਾ ਸਕਦੇ। ਜਦੋਂ ਅਸੀਂ ਲੋਕ, ਸਾਡੀ ਮਦਰ ਐਮਸੀ ਹੈ, ਅਸੀਂ ਲੋਕ ਬਾਹਰ ਖੜੇ ਹਾਂ, ਤਾਂ ਉਹਨਾਂ ਜਾਣ ਦਾ ਕੀ ਰਾਈਟ ਹੈ? ਨਾ ਉਹਨਾਂ ਦੇ ਪਰਿਵਾਰ 'ਚੋਂ ਕੋਈ ਮੈਂਬਰ ਹੈ, ਉਹਨਾਂ ਦੀ ਪਾਰਟੀ ਦੇ ਮੈਂਬਰ ਸੀ, ਬਟ ਪਾਰਟੀ ਦੇ ਮੈਂਬਰ ਜਾਣਗੇ ਨਾ। ਜੇ ਐਮਐਲਏ ਹੁੰਦੇ ਠੀਕ ਹੈ, ਜਾਣਾ ਬੰਦਾ ਇਹਨਾਂ ਦਾ, ਜਦੋਂ ਐਮਐਲਏ ਉੱਥੇ ਹੈ ਨਹੀਂ ਤੇ ਨਾ ਜਾਣਾ ਕੀ ਬੰਦਾ ਸੀ? ਕੁਛ ਵੀ ਨਹੀਂ ਹੈ ਜੀ, ਲੋਕ ਹੱਤਿਆ ਕਰ ਰਹੇ ਆ। ਡੀਸੀ ਸਾਹਿਬ ਤੋਂ ਮਜਬੂਰ ਹੈ ਉਹਨੇ ਜੋ ਆਰਡਰ ਮੈਂ ਤਾਂ ਤੁਹਾਨੂੰ ਦੱਸ ਕੇ, ਤੁਸੀਂ ਜਿਵੇਂ ਦੱਸਿਆ ਆਡੀਓ ਵਾਇਰਲ ਹੋਈ ਹੈ, ਆਡੀਓ ਉਹਦੇ 'ਚ ਆਡੀਓ ਦੇ ਵਿੱਚ ਡੀਸੀ ਸਾਹਿਬ ਦੇ ਆਰਡਰ ਤੇ ਜੋੜਾਈਆਂ ਗਈਆਂ, ਸਾਫ਼ ਜੋੜਾਈਆਂ ਗਈਆਂ ਨਾ, ਉਹ ਚੁਣੌਤੀ ਦਿੱਤੀ ਗਈ ਹੈ ਵੀ ਜਿਹੜਾ ਹੁਕਮ ਹੈ ਉਹ ਉਹਦੇ ਦੇ ਵਿੱਚ ਜਿਹੜਾ ਹੁਕਮ ਹੈ। ਇੱਕ ਗੱਲ ਨਿੱਕਾ ਹੋਰ ਸੀ, ਮੈਂ ਧਿਆਨ ਨਾਲ ਸੁਣੀ, ਉਸ ਵਿੱਚ ਕਿਹਾ ਜਾਂਦਾ ਕੁਝ ਅਖੌਤੀ ਲੀਡਰ, ਕੁਝ ਅਖੌਤੀ ਵਪਾਰੀ, ਇਹ ਉਹ ਕਰਕੇ ਵੀ ਉਹ ਪ੍ਰਸ਼ਾਸਨ ਕੋਲੇ ਪ੍ਰਸ਼ਾਸਨ ਦੀ ਭਾਸ਼ਾ ਬੋਲਦੇ ਆ, ਤੁਸੀਂ ਉਹਨਾਂ ਦੀ ਬੋਲਦੇ। ਤੁਸੀਂ ਅਜੇ ਤੱਕ ਕੀ ਕੀਤਾ? ਤੁਸੀਂ ਪ੍ਰਸ਼ਾਸਨ ਨੂੰ ਆਪਦੀ ਭਾਸ਼ਾ ਬੁਲਾ ਰਹੇ ਹੋ, ਜਾਂ ਤੁਸੀਂ ਮੰਨੋ ਕਿ ਅਸੀਂ ਪ੍ਰਸ਼ਾਸਨ ਨੂੰ ਆਪਦੀ ਭਾਸ਼ਾ ਬੁਲਾ ਰਹੇ ਹਾਂ? ਪ੍ਰਸ਼ਾਸਨ ਸਾਡੇ ਹਿਸਾਬ ਨਾਲ ਚੱਲਦਾ, ਫਿਰ ਅਸੀਂ ਕਹੀਏ ਤੁਹਾਡਾ ਰਾਜ ਹੈ ਭਾਈ, ਠੀਕ ਹੈ ਕਿ ਉਹਦੇ ਲੋਕਤੰਤਰ ਦੀ ਹੱਤਿਆ ਹੋ ਚੁੱਕੀ ਹੈ, ਕਾਂਗਰਸ ਦਾ ਰਾਜ ਹੈ, ਕਦੀ ਮੰਨੀ ਹੈ। ਪਰ ਜਦੋਂ ਇੱਕ ਚੀਜ਼ ਹੈ, ਕੇਵਲ ਸਿੰਘ ਢਿੱਲੋਂ ਉਹਦੇ ਬਰਨਾਲਾ ਆਉਣ ਤੇ ਆਹ ਸਪਸ਼ਟੀਕਰਨ ਦੇਣ, ਲੋਕਾਂ ਵਿੱਚ ਰਹਿਣ, ਲੋਕਾਂ ਦੀ ਸਮੱਸਿਆ ਜਾਣਨ। ਬੈਠੇ ਚੰਡੀਗੜ੍ਹ ਹੈ, ਸਮੱਸਿਆ ਬਰਨਾਲੇ ਦੀ, ਉਹਨੂੰ ਕੀ ਪਤਾ ਉਹਦੀ ਕੋਠੇ ਨਿਕਲਣਾ ਨਹੀਂ। ਜਦੋਂ ਆਉਣਾ ਸਾਲ 6 ਮਾਹੀ ਇੱਕ ਵਾਰ ਆਉਣਾ, ਮੁੜ ਕੇ ਸਰ ਫੋਨ ਨਹੀਂ ਚੱਕਣਾ, ਉਹਨੂੰ ਸਮੱਸਿਆ ਨਹੀਂ ਪਤਾ। ਉਹਨਾਂ ਦੀ ਸਮੱਸਿਆ ਤੁਸੀਂ ਧਿਆਨ 'ਚ ਲਿਆਂਦੀ ਸੀ ਜਦੋਂ? ਦੇਖੋ
ਉਹਨਾਂ ਦਾ ਰਾਈਟ ਹੈਗਾ, ਜਿਹੜਾ ਸਾਡਾ ਰਾਈਟ ਬਣਦਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਸਮੱਸਿਆ ਧਿਆਨ 'ਚ ਲਿਆਉਣ ਦਾ। ਅਸੀਂ ਇੱਕ ਹਾਰਿਆ ਹੋਇਆ ਨੁਮਾਇੰਦਾ, ਉਹਨੂੰ ਅਸੀਂ ਕੀ ਜਾ ਕੇ ਦੱਸਾਂਗੇ? ਉਹ ਸਾਡੀ ਕੀ ਮਦਦ ਕਰੇ? ਹਾਂ, ਇੱਥੇ ਹੈ ਵੀ ਨਹੀਂ, ਉਹ ਹੈ ਵੀ ਨਹੀਂ। ਬਰਨਾਲੇ ਨਹੀਂ, ਜੇ ਕੋਈ ਕਦੇ ਭੁੱਲ ਭੁਲੇਖੇ ਫੋਨ ਕਰਨ ਲਈਏ ਤਾਂ ਉਹਨਾਂ ਨੇ ਕਦੇ ਚੱਕਣਾ ਨਹੀਂ ਫੋਨ, ਉਹਨਾਂ ਨੇ ਕਦੇ ਫੋਨ ਨਹੀਂ ਚੱਕਣਾ। ਅਸੀਂ ਆਪਦੀ ਪਾਰਟੀ ਨੂੰ ਜ਼ਰੂਰ ਦੱਸਿਆ ਸੀ ਇਸ ਬਾਰੇ। ਅਸੀਂ ਡੀ ਸਾਹਿਬ ਨੂੰ ਬੇਨਤੀਆਂ ਕੀਤੀਆਂ ਸੀ, ਜੋ ਵੀ ਸਾਡੇ ਦਿੱਕਤਾਂ ਸਾਡੀਆਂ ਵਪਾਰੀਆਂ ਦੀਆਂ ਹੈਗੀਆਂ ਸੀ ਕੀਤੀਆਂ, ਉਹਨਾਂ ਨੇ ਸੋਲਵ ਵੀ ਕੀਤੀਆਂ। ਡੀ ਸਾਹਿਬ ਵੱਲੋਂ ਰਵੱਈਆ ਅੱਛਾ ਰਿਹਾ, ਐਸਐਸਪੀ ਸਾਹਿਬ ਦਾ ਰਵੱਈਆ ਬਹੁਤ ਵਧੀਆ ਸੀ। ਪਰ ਮੈਂ ਇੱਕੋ ਗੱਲ ਕਹੂੰਗਾ, ਜੇ ਕੱਲ੍ਹ ਕੋਈ ਮਿਸਹੈਪਨਿੰਗ ਹੁੰਦੀ ਹੈ, ਜੇ ਇਹ ਰਜਵਾੜੇ ਸ਼ਾਹੀ ਆਰਡਰਾਂ ਨਾਲ, ਇਹ ਡਿਕਟੇਟਰ ਰਾਜ ਨਾਲ ਜੇ ਕੋਈ ਮਿਸਹੈਪਨਿੰਗ ਸ਼ਹਿਰ ਦੇ ਵਿੱਚ ਹੁੰਦੀ ਹੈ ਤਾਂ ਉਹਦਾ ਜ਼ਿੰਮੇਵਾਰ ਕੌਣ ਹੈ? ਸਰਦਾਰ ਕੇਵਲ ਸਿੰਘ ਢਿੱਲੋਂ ਦੀ ਜ਼ਿੰਮੇਵਾਰੀ ਲੈਣ ਤਿਆਰ। ਇਹ ਵੀ ਕੋਰਟ ਵਾਇਰਲ ਹੋ ਜਾਏ ਵੀ ਹਾਂ ਸਰਦਾਰ ਕੇਵਲ ਸਿੰਘ ਢਿੱਲੋਂ ਸਾਹਿਬ ਨਾਲ ਗੱਲ ਹੋ ਗਈ ਹੈ, ਅਸੀਂ ਉਹ ਜ਼ਿੰਮੇਵਾਰੀ ਲੈਣ ਨੂੰ ਤਿਆਰ ਹਾਂ। ਉਦੋਂ ਕਿਉਂ ਵਿਚਾਰਿਆਂ ਨੂੰ ਇਹਨਾਂ ਨੂੰ ਬੜੀ ਦਾ ਬੱਕਰਾ ਬਣਾਇਆ? ਸਰਕਾਰੀ ਪ੍ਰਸ਼ਾਸਨ ਨੂੰ ਕਿਉਂ ਬੜੀ ਦਾ ਬੱਕਰਾ ਬਣਾਇਆ ਜਾਂਦਾ? ਐਸਐਚਓ ਦੀ ਟ੍ਰਾਂਸਫਰ ਕਰ ਦਿਓ, ਡੀਐਸਪੀ ਦੀ ਕਰ ਦਿਓ, ਐਸਐਸਪੀ ਦੀ ਕਰ ਦਿਓ, ਡੀਸੀ ਦੀ ਕਰ ਦਿਓ। ਇਹਨਾਂ ਦੀ ਕੀ ਗਲਤੀ ਹੈ? ਜਦੋਂ ਆਰਡਰ ਤੁਸੀਂ ਜਾਰੀ ਕੀਤੇ ਹੈ, ਬਦਮਾਸ਼ੀ ਨਾਲ ਤੁਸੀਂ ਕਹਿ ਰਹੇ ਹੋ ਵੀ ਅਸੀਂ ਐਂ ਕਰ ਦਾਂਗੇ, ਬਾਹਰ ਕਰ ਦਾਂਗੇ, ਅਸੀਂ ਢਿੱਲੋਂ ਸਾਹਿਬ ਦਾ ਹੁਕਮ ਤੁਸੀਂ ਸ਼ਬਦ ਵਰਤਿਆ ਬਦਮਾਸ਼ੀ। ਹਾਂਜੀ, ਵੀ ਇਹ ਵੀ ਬਦਮਾਸ਼ੀ ਕਹਿ ਸਕਦੇ ਇਹਨੂੰ ਜਾਂ? ਬਿਲਕੁਲ। ਮੈਂ ਇੱਕ ਰਿਸਪੈਕਟਡ ਚੇਅਰ ਹੈ ਡੀ ਸਾਹਿਬ ਦੀ, ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਚਲਾਉਣਾ ਹੈ ਡਿਸਟ੍ਰਿਕਟ ਨੂੰ, ਤਾਂ ਉਹਨੂੰ ਆਮ ਬੰਦਾ ਨਹੀਂ ਚਲਾਊਗਾ। ਤੇ ਉਹਨਾਂ ਦੇ ਆਰਡਰਾਂ ਨੂੰ ਅੱਜ ਨਿਕਾਲਿਆ ਜਾਂਦਾ ਤਾਂ ਹੋਰ ਕੀ ਹੈ? ਲੋਕਤੰਤਰ ਦਾ ਕਹਾਣੀ, ਲੋਕਤੰਤਰ ਦੇ ਕਹਾਣੀ ਨੂੰ ਬਦਮਾਸ਼ੀ ਕਿਹਾ ਜਾਂਦਾ, ਡਿਕਟੇਟਰ ਰਾਜ ਕਿਹਾ ਜਾਂਦਾ। ਲੇਕਿਨ ਤੁਹਾਨੂੰ ਇੱਥੇ ਜਿਹੜਾ ਪ੍ਰਸ਼ਾਸਨ ਹੈ ਉਹਦੇ ਮਤਲਬ ਉਹਦੇ ਰਵੱਈਏ ਤੋਂ ਤੁਸੀਂ ਖੁਸ਼ ਹੋ, ਤੁਹਾਨੂੰ ਬਿਲਕੁਲ ਠੀਕ ਲੱਗ ਰਿਹਾ ਹੈ? ਤੇ ਪਰ ਜਿਹੜਾ ਇੱਥੋਂ ਦਾ ਮਤਲਬ ਐ ਮੰਨ ਲਓ ਆਪੂ ਬਣੇ ਆਗੂ ਕਹਿ ਸਕਦੇ ਬਿਲਕੁਲ ਵੀ ਜਿਹੜੇ ਲੋਕਾਂ ਨੇ ਨਕਾਰਤੇ ਤੇ ਅੱਜ ਵੀ ਉਹ ਫਿਰ ਦੁਬਾਰੇ ਮਤਲਬ ਇਸ ਗੱਲ ਦਾ ਲਾਹਾ ਲੈਣ ਲਈ। ਤੁਸੀਂ ਆਪ ਹੀ ਦੇਖੋ, ਲੋਕਾਂ ਨੇ ਨਕਾਰਤਾ। ਬੰਦੇ ਨੂੰ ਚਾਹੀਦਾ 5 ਸਾਲ ਲੋਕਾਂ ਵਿੱਚ ਵਿਚ ਰਹੇ, ਸੇਵਾ ਕਰੇ, ਸੇਵਾ ਕਰਕੇ ਲੋਕਾਂ ਦਾ ਨੁਮਾਇੰਦਾ ਬਣ ਕੇ ਲੋਕਾਂ 'ਚ ਆਵੇ ਔਰ ਪ੍ਰਸ਼ਾਸਨ ਨਾਲ ਗੱਲਬਾਤ ਕਰੇ। ਇਹ ਨਹੀਂ ਹੈ ਵੀ ਜਦੋਂ ਲੋਕਾਂ ਧਰਨੇ ਤੇ ਬੈਠੇ ਧੁੱਪੇ, ਲੋਕ ਪੂਰੀ ਗਰਮੀ ਕੜਕਦੀ ਗਰਮੀ ਪੈ ਰਹੀ ਸੀ, ਪਸੀਨੋ ਪਸੀਨੇ ਵਪਾਰੀ ਬੈਠੇ ਸੀ ਦਰਿਆ ਦੇ ਉੱਤੇ, ਉਦੋਂ ਕਿਹੜਾ ਨੁਮਾਇੰਦਾ ਇਹਨਾਂ ਦੇ ਕੋਠੇ ਚੁੱਕ ਕੇ ਆ ਗਿਆ? ਨਹੀਂ, ਕੋਈ ਨਹੀਂ ਆਇਆ। ਤੁਸੀਂ ਤਾਂ ਦੇਖੋ ਮਤਲਬ ਧਰਨੇ ਦੇ ਵਿੱਚ ਸੀ ਜੀ, ਕੋਈ ਇੱਕ ਨੁਮਾਇੰਦਾ ਵੀ ਮੈਨੂੰ ਦਿਖਾ ਦਿਓ। ਜਿਹੜੇ ਨਰਿੰਦਰ ਗਰਗਨੀਕਾ ਜਿਨ੍ਹਾਂ ਦੀ ਅੱਜ ਵਾਇਰਲ ਆਡੀਓ ਵਾਇਰਲ ਹੋਈ ਹੈ, ਇਹ ਆਏ ਹੋਣਗੇ? ਕੋਈ ਨਹੀਂ ਆਇਆ। ਕਾਂਗਰਸ ਦਾ ਇੱਕ ਵੀ ਨੁਮਾਇੰਦਾ ਉੱਥੇ ਮੌਜੂਦ ਨਹੀਂ ਸੀ ਜਿਹਨੇ ਕਾਂਗਰਸ ਦੀ ਪੈਰਵਾਈ ਕੀਤੀ ਹੋਵੇ, ਕਾਂਗਰਸ ਵੱਲੋਂ ਕੁਛ ਕਿਹਾ ਹੋਵੇ, ਕੋਈ ਸਾਨੂੰ ਦਿਲਾਸਾ ਦਿੱਤਾ ਹੋਵੇ ਵਪਾਰੀਆਂ ਨੂੰ। ਸੋ ਸਰਕਾਰ ਇਹਨਾਂ ਦੀ ਹੈ, ਦਿਲਾਸਾ ਦੇ ਸਕਦੇ ਸੀ। ਊਂ ਵੈਸੇ ਕੋਠੀ 'ਚੋਂ ਜਿਹੜਾ ਵੀ ਹੁਕਮ ਜਾਰੀ ਹੁੰਦਾ ਕੋਠੀ 'ਚੋਂ ਹੀ ਹੁੰਦਾ। ਇਹਨਾਂ ਦਾ ਆਪਦੀ ਕੋਈ ਹਿੰਮਤ ਹੀ ਨਹੀਂ ਹੈਗੀ ਵੀ ਕੋਈ ਆਪਦੀ ਮਰਜ਼ੀ ਨਾਲ ਕੋਈ ਬਿਆਨ ਜਾਰੀ ਕਰ ਦੇਣ। ਜੋ ਹੋਊਗਾ ਕਿ ਸਿੰਘ ਢਿੱਲੋਂ ਸਾਹਿਬ ਦੀ ਕੋਠੀ 'ਚੋਂ ਇਹ ਹੁਕਮ ਇਹ ਹੋਊਗਾ, ਉਹਨਾਂ ਦਾ ਹੁਕਮ ਜਾਰੀ ਹੋ ਗਿਆ, ਇਹ ਹੋ ਗਿਆ। ਇਹ ਐਂ ਨਹੀਂ ਕੰਮ ਹੁੰਦੇ। ਲੋਕਾਂ 'ਚ ਗਰਾਊਂਡ 'ਤੇ ਉਤਰਨਾ ਪੈਣਾ ਤੁਹਾਨੂੰ, ਤੇ ਉਹ ਲੋਕਾਂ ਦੇ ਮੰਗਾਂ ਨੂੰ ਤੁਸੀਂ ਪ੍ਰਸ਼ਾਸਨ ਨੂੰ ਕਰਨਾ ਪੈਣਾ। ਹਾਂ, ਸਰਕਾਰ ਛੋਟੀ ਬੰਦ ਹੀ ਹੋ ਸਕਦੀ ਹੈ। ਕੇਵਲ ਸਿੰਘ ਢਿੱਲੋਂ ਸਾਹਿਬ ਕਾਂਗਰਸ ਦੇ ਨੁਮਾਇੰਦੇ ਰਹੇ ਹੈ, ਹੈਗੇ ਵੀ ਹੈ। ਕਾਂਗਰਸ ਦਾ ਸ਼ਾਇਦ ਮੈਨੂੰ ਲੱਗਦਾ ਵਾਈਸ ਪ੍ਰਧਾਨ ਹੈ ਇਸ ਟਾਈਮ, ਤਾਂ ਸਰਕਾਰ ਦੇ ਵਿੱਚ ਇਹਨਾਂ ਦੀ ਹੈਗੀ ਆ। ਸਰਕਾਰ 'ਚ ਨਹੀਂ ਕਹਿ ਸਕਦੇ ਵੀ ਕਾਂਗਰਸ ਪਾਰਟੀ ਦੇ ਵਿੱਚ ਹੈਗੀ। ਸਰਕਾਰ ਨੂੰ ਇਹ ਲੋਕਾਂ ਦਾ ਇੱਕ ਸੁਨੇਹਾ ਲਾ ਸਕਦੀ ਹੈ, ਸਮੱਸਿਆ ਦੱਸ ਸਕਦੇ ਆ, ਪਰ ਉਹ ਲੋਕਾਂ ਦੇ ਵਿੱਚ ਉਤਰ ਕੇ ਹੋਏਗਾ, ਉਹ ਕੋਠੀਆਂ 'ਚ ਬਹਿ ਕੇ ਨਹੀਂ ਹੋਏਗਾ। ਨਿਰਜਿਕ ਜਿਵੇਂ ਨਾ ਆਪਾਂ ਗੱਲ ਕਰਦੇ ਹਾਂ ਵੀ ਕਾਂਗਰਸ ਪਾਰਟੀ ਲਾਹਾ ਲੈਣ ਦੀ ਕੋਸ਼ਿਸ਼ ਦੇ ਵਿੱਚ ਲੱਗੀ ਹੋਈ ਹੈ। ਹੁਣ ਕਾਂਗਰਸ ਦੇ ਤਾਂ ਇੱਥੇ ਜਿਹੜੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਨੇ ਮੱਖਣ ਸ਼ਰਮਾ, ਉਹ ਵੀ ਕਾਂਗਰਸ ਪਾਰਟੀ ਦੇ। ਜਿਹੜੇ ਇੱਥੇ ਪ੍ਰਧਾਨ ਬਣੇ ਨੇ ਨਗਰ ਕੌਂਸਲ ਦੇ, ਤੇ ਉਹ ਵੀ ਗੁਰਜੀਤ ਸਿੰਘ ਰਾਮਨਵਾਸੀਆ, ਉਹ ਵੀ ਕਾਂਗਰਸ। ਫਿਰ ਇਹਨਾਂ ਦੀ ਵਿਚਾਲੇ ਕੀ ਭੂਮਿਕਾ ਗਈ ਜਿਹਦੇ ਕਰਕੇ ਇਹਨਾਂ ਨੇ ਦੇਖੋ ਇਹਨਾਂ ਦੇ ਨਾਲ ਜਿਹੜਾ ਅੱਜ ਇਹਨਾਂ ਨੇ ਬਾਜ਼ਾਰ ਦੇ ਵਿੱਚ ਸ਼ਟਰ ਵਗੈਰਾ ਚੱਕੇ, ਹੋਰ ਉਸ ਸਮੇਂ ਉਹਦਾ ਬਾਕੀ ਕਿਸੇ ਕਾਂਗਰਸੀ ਆਗੂ ਜਿਹੜਾ ਕੋਈ ਹੈ ਨਹੀਂ ਸੀ ਵੀ ਜਾਂ ਤੁਹਾਨੂੰ ਲੱਗਦਾ ਨਵੇਂ ਕਾਂਗਰਸੀ ਵੀ ਬਣਨ ਕਰਕੇ? ਤਾਂ ਤੁਸੀਂ ਭੂਮਿਕਾ ਦੀ ਗੱਲ ਕੀਤੀ, ਕਾਂਗਰਸ ਦੀ ਕੀ ਭੂਮਿਕਾ ਜੀ? ਉਹਦਾ ਮੈਨੂੰ ਇਲੈਕਸ਼ਨਾਂ ਦੇ ਦੌਰਾਨ, ਪ੍ਰਧਾਨਗੀ ਦੇ ਦੌਰਾਨ ਪਤਾ ਲੱਗ ਗਿਆ ਸੀ। ਕਾਂਗਰਸ ਦੀ ਦੋ ਪਾਰਟ ਹੋਈ ਸੀ। ਕਿਸੇ ਅਕਾਲੀ ਦਲ ਨੇ ਪ੍ਰਧਾਨ ਨਹੀਂ ਬਣਨਾ ਸੀ, ਕਿਸੇ ਬੀਜੇਪੀ ਵਾਲੇ ਨੇ ਪ੍ਰਧਾਨ ਨਹੀਂ ਬਣਨਾ ਸੀ, ਕਿਸੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਨਹੀਂ ਬਣਨਾ ਸੀ। 19 ਐਮਸੀ ਸੀ ਇਹਨਾਂ ਦੇ, ਤਾਂ ਇਹੀ ਦੋ ਪਾਰਟ ਹੋਈ ਸੀ। ਔਰ ਇਹਨਾਂ ਦੇ ਹੀ ਕੌਂਸਲਰਾਂ ਨੇ ਆਪਦੇ ਪ੍ਰਧਾਨ ਤੇ ਜਿਹੜਾ ਪ੍ਰਧਾਨ ਚੁਣਿਆ ਗਿਆ ਉਹਦੇ ਇਲਜ਼ਾਮ ਲਾਇਆ ਸੀ। ਉਹ ਇਲੈਕਸ਼ਨ ਦੇ ਵਿੱਚ ਆਪਾਂ ਕੁੱਕੜ ਖੇ ਕਹੀਏ, ਕੁੱਕੜ ਖੇ ਆ ਜਿਹੜੀ ਇੱਕ ਦੂਜੇ ਦੇ ਸਿਰ 'ਚ ਉਡਾ ਕੇ ਪਾਈ ਗਏ, ਉਹ ਵੀ ਪਾਈ ਜੀ। ਉਸ ਤੋਂ ਬਾਅਦ ਇਹਨਾਂ ਦਾ ਉਹਦਾ ਲੀਡਰ ਨਹੀਂ ਛੱਡਿਆ, ਇਹਨੂੰ ਵਿਕਾਸ ਪੁਰਸ਼ ਕਹਿੰਦੇ ਆ। ਉਹਨੇ ਸਿੱਧਾ ਸਿੱਧਾ ਕਿਹਾ ਵੀ ਇਹ ਬੰਦਾ ਜਿਹਨੂੰ ਤੁਸੀਂ ਪ੍ਰਧਾਨ ਬਣਾਇਆ, ਇਹ 2 ਕਰੋੜ ਦਾ ਇਲਜ਼ਾਮ ਲਾ ਰਿਹਾ ਤੁਹਾਡੇ ਤੇ। ਤੁਸੀਂ ਸੁਣਿਆ, ਮੈਂ ਤੁਹਾਡੇ ਉਹਦੇ ਵਿੱਚ ਵੀ ਸੁਣਿਆ ਸੀ, 2 ਕਰੋੜ ਦਾ ਇਲਜ਼ਾਮ ਲਾ ਰਿਹਾ ਉੱਥੇ। ਨਹੀਂ, ਉਹ ਗੁਰਜੀਤ ਸਿੰਘ ਰਾਮਨਵਾਸੀਆ ਤਾਂ ਨਹੀਂ ਸੀ ਨਾ ਇਲਜ਼ਾਮ ਲਾ ਰਿਹਾ, ਉਹ ਤਾਂ ਜਿਹੜੇ ਪਰਮਜੀਤ ਜੌਂਟੀ ਮਾਨ ਦੀ ਹੀ ਗੱਲ ਕਰ ਰਹੇ ਆ ਜੀ। ਹੈ ਤਾਂ ਕਾਂਗਰਸ ਦੇ ਦੋਨੇ ਐਮਸੀ ਨਾ। ਨਹੀਂ, ਐਮਸੀ ਇਹਨੇ ਇੱਕ ਤਾਂ ਹੁੰਦਾ, ਦੇਖੋ ਉਹਨੇ ਗੁਰਜੀਤ ਸਿੰਘ ਰਾਮਨਵਾਸੀਆ ਜੇ ਤਾਂ ਇਹ ਕਹਿੰਦਾ ਵੀ ਮੈਂ 2 ਕਰੋੜ ਰੁਪਇਆ ਖਰਚ ਕੀਤਾ, ਫਿਰ ਤਾਂ ਆਪਾਂ ਕਹਿੰਦੇ ਸੀ ਇਲਜ਼ਾਮ ਲਾਇਆ ਵੀ ਕਿੱਥੇ ਗਿਆ। ਨਹੀਂ, ਜਦੋਂ ਉਹਦਾ ਪਰਮਜੀਤ ਜੌਂਟੀ ਮਾਨ ਫਰਕ ਹੈ ਵਿੱਚ। ਜੌਂਟੀ ਮਾਨ ਨੇ ਸਾਫ਼-ਸਾਫ਼ ਕਿਹਾ ਹੈ ਵੀ ਇਹ ਤੁਹਾਡੇ ਤੇ ਇਲਜ਼ਾਮ ਲਾ ਰਹੇ ਆ। ਢਿੱਲੋਂ ਸਾਹਿਬ ਖਰਚ ਨਹੀਂ ਕੀਤਾ ਉਹਨਾਂ ਨੇ, ਉਹ ਸਾਫ਼ ਸ਼ਬਦਾਂ ਦੇ ਵਿੱਚ ਕਿਹਾ ਵੀ ਤੁਹਾਡੇ ਤੇ ਇਲਜ਼ਾਮ ਲਾ ਰਹੇ ਵੀ ਇਹੋ ਜਿਹੇ ਬੰਦੇ ਨੂੰ ਪ੍ਰਧਾਨ ਬਣਾ ਰਹੇ।
ਉੱਥੋਂ ਕਾਂਗਰਸ ਦੀ ਮਨਸ਼ਾ ਪਤਾ ਲੱਗਦੀ ਹੈ ਵੀ ਇਹ ਸਾਰੇ ਸੀਟਾਂ ਇਹਨਾਂ ਦੇ ਬਕਾਊ ਹੈ, ਕੋਈ ਲੋਕਤੰਤਰ ਹੈ ਹੀ ਨਹੀਂ ਇਹਨਾਂ ਦੇ ਵਿੱਚ। ਜਿਹੜਾ ਤਕੜਾ ਕੋਈ ਜਿਵੇਂ ਸਖਤ ਦਾ ਸੱਤੀ ਵੀ 100 ਉਹ ਚੀਜ਼ ਹੈਗੀ ਹੈ, ਜਿਸ ਦੀ ਲਾਠੀ ਉਸਦੀ ਬਹਿਸ, ਉਹ ਚੀਜ਼ ਹੈਗੀ ਹੈ, ਉਹ ਇਹਨੇ ਕਰਕੇ ਦਿਖਾਈ ਹੈ। ਚਲੋ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜਿਹੜਾ ਸਟੂਡੀਓ ਦੇ ਵਿੱਚ ਸਮਾਂ ਕੱਢਿਆ, ਆਪਾਂ ਲੋਕਾਂ ਨਾਲ ਜੁੜੇ, ਇਸ ਮੁੱਦੇ ਤੇ ਗੱਲਬਾਤ ਕੀਤੀ। ਉਮੀਦ ਹੈ ਲੋਕ ਇਸ ਗੱਲ ਦਾ ਖੁਦ ਵੀ ਨਿਰਣਾ ਕਰਨਗੇ ਇਸ ਗੱਲਬਾਤ ਤੋਂ ਬਾਅਦ ਵੀ ਜਿਹੜਾ ਕ੍ਰੈਡਿਟ ਬਾਰ ਦਾ ਚੱਲਿਆ ਹੋਇਆ, ਲਾਹਾ ਲੈਣ ਦੀ ਹੋੜ ਲੱਗੀ ਹੋਈ ਹੈ, ਵੀ ਉਹਦੇ 'ਚ ਉਹ ਕਿਹਦਾ ਯੋਗਦਾਨ ਸਮਝਦੇ ਨੇ, ਇਹ ਲੋਕ ਭਲੀ ਭਾਂਤ ਜਾਣੂ ਨੇ। ਤੇ ਉਮੀਦ ਹੈ ਸਾਡੀ ਚਰਚਾ ਦੇ ਵਿੱਚੋਂ ਲੋਕ ਕਈ ਤਰ੍ਹਾਂ ਦੇ ਉਹਨਾਂ ਦੇ ਵਿਊ ਬਣ ਸਕਦੇ ਆ। ਉਹਨਾਂ ਨੂੰ ਅਸੀਂ ਸਾਰੀਆਂ ਤਰ੍ਹਾਂ ਦਾ ਮਤਲਬ ਧੰਨਵਾਦ ਵੀ ਕਰਦੇ ਹਾਂ ਕਿ ਉਹ ਸਾਨੂੰ ਰਾਏ ਵੀ ਦੇਣ। ਜੇ ਕੋਈ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਦਮੀ ਹੋਰ ਕਿਸੇ ਪਾਰਟੀ ਦਾ ਆਪਣੀ ਗੱਲ ਰੱਖਣਾ ਚਾਹੁੰਦਾ ਹੈ ਤਾਂ ਮੈਨੂੰ ਲੱਗਦਾ ਉਹਦੇ ਲਈ ਵੀ ਅਸੀਂ ਜੀ ਆਇਆਂ ਆਖਾਂਗੇ। ਵੀ ਜੇਕਰ ਕੋਈ ਕੇਵਲ ਢਿੱਲੋਂ ਦਾ ਨੁਮਾਇੰਦਾ ਜਾਂ ਕੋਈ ਕੇਵਲ ਢਿੱਲੋਂ ਦਾ ਕੋਈ ਹੋਰ ਪਰਿਵਾਰ ਦਾ ਮੈਂਬਰ ਆਪਦੇ ਉੱਤੇ ਲੱਗ ਰਿਹਾ, ਕਿਉਂ ਲਗਾਤਾਰ ਜਿਹੜੇ ਐਲੀਗੇਸ਼ਨ ਨੇ ਉਹ ਲਗਾਤਾਰ ਲੱਗਦੇ ਜਾ ਰਹੇ ਆ ਉਹਨਾਂ ਦੇ ਉੱਤੇ, ਇਸ ਕਰਕੇ ਉਹਨਾਂ ਨੂੰ ਵੀ ਅਸੀਂ ਇਸ ਮੰਚ ਤੋਂ ਸੱਦਾ ਦਿੰਦੇ ਹਾਂ ਵੀ ਉਹ ਆਪਦੀ ਗੱਲਬਾਤ ਰੱਖ ਸਕਦੇ ਨੇ। ਜਿਹੜਾ ਸਾਡਾ ਜਿਹੜਾ ਟੂਡੇ ਨਿਊਜ਼ ਹੈ, ਅਸੀਂ ਕੋਈ ਪੱਖਪਾਤੀ ਭੂਮਿਕਾ ਨਹੀਂ ਨਿਭਾ ਰਹੇ ਤੇ ਸਾਡੇ ਮਨ ਨੂੰ ਖੁਸ਼ੀ ਹੋਊਗੀ ਜੇ ਉਹਨਾਂ ਦਾ ਵੀ ਕੋਈ ਨੁਮਾਇੰਦਾ ਹੈ ਉਹ ਆ ਕੇ ਆਪਦਾ ਪੱਖ ਹੈ ਜਿਹੜਾ ਉਹ ਰੱਖਣਾ ਚਾਹੁੰਦਾ ਹੈ। ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ।